ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਵੈਲਕਮ ਟੂ ਦ ਸ਼ੋ ਸਰ। ਸਤਿ ਸ਼੍ਰੀ ਅਕਾਲ ਸਰ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਰਵਿੰਦਰ ਜੀ, ਬਹੁਤ ਜ਼ਿਆਦਾ ਕਮੈਂਟਸ ਆ ਰਹੇ ਨੇ, ਬਹੁਤ ਸਾਰਾ ਐਪਰੀਸੀਏਸ਼ਨ ਤੁਹਾਨੂੰ ਮਿਲ ਰਹੀ ਹੈ। ਕਈ ਲੋਕ ਤਾਂ ਕਹਿ ਰਹੇ ਨੇ ਜਦੋਂ ਤੁਹਾਨੂੰ ਦੇਖਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਸਭ ਤੁਹਾਡਾ ਸਦਕਾ ਹੈ ਜੀ, ਬਿਕੋਜ਼ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਹੋ ਚੀਜ਼ਾਂ ਨੂੰ। ਬਿਕੋਜ਼ ਤੁਸੀਂ ਚੀਜ਼ਾਂ ਕਈ ਵਾਰੀ ਇੰਨੀ ਜਾਣਕਾਰੀਆਂ ਦੇਣੀਆਂ ਨਹੀਂ ਹੁੰਦੀਆਂ ਜਿੰਨੀਆਂ ਤੁਸੀਂ ਕਢਾ ਲੈਂਦੇ ਐਕਚੁਅਲੀ। ਇਹ ਤਾਂ ਤੁਹਾਡੀ ਮੋਡੈਸਟੀ ਆ। ਚਲੋ ਬਹੁਤ ਵਧੀਆ, ਮੈਂ ਐਕਸੈਪਟ ਕਰ ਲੈਣਾ ਪੰਜਾਬ ਮੇਲ USA TV ਵੱਲੋਂ ਇਸ ਚੀਜ਼ ਨੂੰ। ਥੈਂਕ ਯੂ ਸੋ ਮਚ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਇਸ ਵਕਤ ਅਮਰੀਕਾ ਨੇ ਵਰਕ ਪਰਮਿਟ ਨੂੰ ਲੈ ਕੇ ਖਾਸ ਫੈਸਲੇ ਲਿੱਤੇ ਨੇ। ਸਮਾਂ ਸੀਮਾ ਵੀ ਵਧਾ ਦਿੱਤੀ ਹੈ, 6 ਮਹੀਨੇ ਤੋਂ 1.5 ਸਾਲ ਕਰ ਦਿੱਤਾ ਗਿਆ ਹੈ, ਜੋ ਹੈ EAD ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ ਦਾ ਸਮਾਂ, ਜਿਸ ਨਾਲ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਔਰ ਬਾਈਡਨ ਸਾਹਿਬ ਜੋ ਇਹ ਨਵੀਆਂ ਪੋਲਿਸੀਜ਼ ਲੈ ਕੇ ਆ ਰਹੇ ਨੇ, ਸੋ ਇਹਦੇ ਨਾਲ ਜੋ ਇਮੀਗ੍ਰੈਂਟਸ ਨੇ ਉਹਨਾਂ ਨੂੰ ਖਾਸ ਤੌਰ ਤੇ ਫਾਇਦਾ ਹੋਣ ਵਾਲਾ ਹੈ। ਤੁਸੀਂ ਕੁਝ ਕਹਿਣਾ ਚਾਹੋਗੇ ਇਸ ਖਾਸ ਪੁਆਇੰਟ? ਨਹੀਂ, ਇਟਸ ਵੈਲਕਮਿੰਗ। ਚੰਗਾ ਹੈ ਬਿਕੋਜ਼ ਕੋਵਿਡ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਆ ਨਾ, ਜਿਹੜੇ ਆਟੋਮੇਸ਼ਨ ਸੀ, ਜਿਹੜੀਆਂ ਆਟੋਮੈਟਿਕ ਸਪੀਡ ਦੇ ਉੱਪਰ ਚੀਜ਼ਾਂ ਕੰਮ ਕਰਦੇ ਸੀ, ਤੁਹਾਡੇ ਕੋਲ ਇੰਨਾ ਸਮਾਂ ਹੁੰਦਾ ਸੀ ਆਪਣੇ ਆਪ ਨੂੰ ਪ੍ਰੂਵ ਕਰਨ ਲਈ। ਸੋ ਇਸ ਟਾਈਮ ਲਿਮਿਟਡ ਅਪਰਚੂਨਿਟੀਜ਼ ਆ। ਸੋ ਆਬਵੀਅਸਲੀ ਟਾਈਮ ਦੀ ਐਕਸਟੈਂਸ਼ਨ ਦੇਣਾ ਇਜ਼ ਮਚ ਨੀਡਡ ਇਨ ਦਾ ਆਵਰ। ਔਰ ਆਲਮੋਸਟ ਬਹੁਤ ਸਾਰੇ ਕੰਟਰੀਜ਼ ਨੇ ਸੇਮ ਰੂਟ ਦੇ ਉੱਪਰ ਬੜੀਆਂ ਰਿਲੈਕਸੇਸ਼ਨ ਦਿੱਤੀਆਂ। ਬਿਕੋਜ਼ ਕੋਵਿਡ ਦੇ ਵਿੱਚ ਜਿੰਨਾ ਕੁ ਲਾਸ ਹੋਇਆ, ਜਿੰਨਾ ਕੁ ਜਿਹੜੀਆਂ ਲਾਈਕ ਚੀਜ਼ਾਂ ਸਟੈਗਨੈਂਟ ਰਹਿ ਗਈਆਂ, ਚੀਜ਼ਾਂ ਮੂਵ ਔਨ ਨਹੀਂ ਹੋਈਆਂ ਆਪਣੀ ਸਪੀਡ ਦੇ ਉੱਪਰ, ਇਮੀਗ੍ਰੈਂਟ ਕੇਸਿਸ ਰੁਕੇ ਰਹੇ। ਸੋ ਹਰ ਇੱਕ ਦੇ ਲਈ ਇੱਦਾਂ ਦੀਆਂ ਪਾਲਿਸੀਜ਼, ਇੱਦਾਂ ਦੀ ਐਕਸਟੈਂਡਡ ਟਾਈਮ ਦੀ ਕਾਫੀ ਲੋੜ ਹੈ। ਔਰ ਦਿਸ ਇਜ਼ ਵੈਲਕਮਿੰਗ। ਬਿਲਕੁਲ ਇੱਕ ਪੋਜ਼ਿਟਿਵ ਸਾਈਨ ਹੈ ਜੋ ਇਮੀਗ੍ਰੈਂਟਸ ਉਹਨਾਂ ਵਾਸਤੇ, ਕਿਉਂਕਿ ਉਹ ਹਮੇਸ਼ਾ ਇਸੇ ਜਦੋਂ ਜਹਿਦ ਰਹਿੰਦੇ ਨੇ ਕਿ ਅਸੀਂ ਕਿੰਨਾ ਕੰਮ ਕਰੀਏ, ਕਿੰਨੀ ਕਮਾਈ ਕਰ ਸਕਦੇ ਹਾਂ। ਸੋ ਇਹ ਇਜ਼ ਅ ਪੋਜ਼ਿਟਿਵ ਸਾਈਨ। ਸੋ ਹੋਰ ਵੀ ਕਈ ਕੰਟਰੀਜ਼ ਨੇ ਜੋ ਇਸ ਤਰ੍ਹਾਂ ਦੇ ਸਟੈਪਸ ਲੈ ਰਹੀਆਂ ਨੇ। ਯੈਸ, ਦੱਸਿਆ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਸੀ ਕਿ ਕੈਨੇਡਾ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਹੀ ਸਟੂਡੈਂਟਸ ਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਹਾਲੇ। ਸੋ ਚਲੋ ਤੁਹਾਡੇ ਰਾਹੀਂ ਇਹ ਵੀ ਪਤਾ ਲੱਗ ਜਾਏਗਾ। ਸੋ ਕੈਨੇਡਾ ਦੇ ਵਿੱਚ ਸਟੂਡੈਂਟਸ ਜਿਹੜੇ ਪਿਛਲੇ ਸਟੂਡੈਂਟਸ ਆ ਜਿਨ੍ਹਾਂ ਦੇ ਇਸ ਸਾਲ ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਜੀ, ਸੋ ਉਹਨਾਂ ਨੂੰ ਵੀ ਐਕਸਟੈਂਸ਼ਨ ਦਿੱਤੀ ਗਈ ਹੈ। ਹਾਂ। ਸੋ ਉਹਨਾਂ ਨੂੰ ਵੀ ਸਟੂਡੈਂਟਸ ਨੂੰ, ਬਿਕੋਜ਼ ਉਹਨਾਂ ਦੇ ਕੋਲ ਕੰਮ ਕਰਨ ਦਾ ਜਿਹੜਾ ਅਧਿਕਾਰ ਦਾ ਸਮਾਂ ਸੀਗਾ, ਜਿਹੜਾ 2 ਸਾਲ ਦਾ 3 ਸਾਲ ਦਾ ਵਰਕ ਪਰਮਿਟ ਹੁੰਦਾ, ਸੋ 2 ਸਾਲ ਦੀ ਪੜ੍ਹਾਈ ਤੋਂ ਬਾਅਦ। ਸੋ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਉਹ ਵਰਕ ਪਰਮਿਟ ਵਾਲਾ ਸਮਾਂ ਉਦੋਂ ਇਸ਼ੂ ਹੋਇਆ ਕਿ ਜਦੋਂ ਉਹਨਾਂ ਕੋਲ ਕੰਮ ਕਰਨ ਦੇ ਮੌਕੇ ਨਹੀਂ ਸੀਗੇ। ਸੋ ਉਹਨੂੰ ਫਰਦਰ ਯੈਸ ਐਕਸਟੈਂਸ਼ਨ ਦਿੱਤੀ ਉਹਨਾਂ ਨੇ ਕਿ ਉਹ ਜਿਹੜੇ ਸਟੂਡੈਂਟਸ ਦੇ ਇਸ ਸਾਲ ਐਕਸਪਾਇਰ ਹੋ ਰਹੇ ਆ ਉਹ ਸਾਰੇ 2 ਸਾਲ ਹੀ ਐਕਸਟੈਂਡ ਕਰ ਦਿੱਤੇ ਗਏ। ਸੋ ਹੁਣ ਸਟੂਡੈਂਟਸ ਦੇ ਕੋਲ ਇੱਕ ਮੌਕਾ ਹੈ ਕਿ ਉਹ ਆਪਣੇ ਆਪ ਜਿਹੜੀ ਆਪਣੀ ਅਡੈਪਟੇਬਿਲਿਟੀ ਹੈ ਉਹ ਪ੍ਰੂਵ ਕਰ ਸਕਦੇ ਆ। ਔਰ ਕੈਨੇਡਾ ਵੀ US ਵਾਂਗੂ ਇੱਕ ਇਮੀਗ੍ਰੈਂਟ ਕੰਟਰੀ ਹੈ ਔਰ ਉਹਨਾਂ ਨੇ ਹਮੇਸ਼ਾ ਜਿਹੜੀਆਂ ਆਪਣੀ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਉਹਨਾਂ ਨੂੰ ਦੱਸਿਆ ਹੈ। ਔਰ ਲਾਸਟ ਟਾਈਮ ਵੀ ਮੈਨੂੰ ਯਾਦ ਹੈ ਜਦੋਂ ਕੋਵਿਡ ਸੀ, ਜਦੋਂ ਬਿਲਕੁਲ ਬੰਦ ਸੀ, ਜਦੋਂ ਕੁਝ ਵੀ ਕਿਤੇ ਨਹੀਂ ਮੂਵ ਹੋ ਰਿਹਾ ਸੀਗਾ, ਕੈਨੇਡੀਅਨ ਐਮਬੈਸੀ ਨੇ ਉਦੋਂ ਵੀ ਬ੍ਰੇਕ ਨਹੀਂ ਲਾਈ ਸੀ। ਸੋ ਕੈਨੇਡਾ ਐਮਬੈਸੀ ਨੇ ਉਸ ਸਮੇਂ ਦੇ ਵਿੱਚ ਐਪਲੀਕੇਸ਼ਨਸ ਇਕੱਠੀਆਂ ਕਰਦੇ ਗਏ। ਬਾਇਓਮੈਟ੍ਰਿਕਸ ਨਹੀਂ ਹੋ ਸਕਦੇ ਸੀ, ਐਮਬੈਸੀਆਂ ਬੰਦ ਸੀ, VFS ਬੰਦ ਸੀ। ਔਰ ਉਹ ਕੰਟੀਨਿਊਸਲੀ ਐਪਲੀਕੇਸ਼ਨ ਦਾ ਭਾਰ ਲਗਾਤਾਰ ਵੱਧਦਾ ਰਿਹਾ। ਔਰ ਇੱਕ ਸਮਾਂ ਇਦਾਂ ਦਾ ਆ ਗਿਆ ਕਿ ਕੈਨੇਡਾ ਐਮਬੈਸੀ ਦੇ ਵਿੱਚ ਅਗਰ ਅਸੀਂ ਮਾਰਚ ਦੇ ਐਂਡਿੰਗ ਤੱਕ ਸਾਡੇ ਕੋਲ ਰਿਪੋਰਟ ਆਈ ਸੀ 18.5 ਲੱਖ ਐਪਲੀਕੇਸ਼ਨਸ ਪੈਂਡੈਂਸੀ ਦੇ ਵਿੱਚ ਪਈਆਂ, ਜਿਹਦੇ ਵਿੱਚੋਂ ਪੌਣੇ 8 ਲੱਖ ਦੇ ਕਰੀਬ ਇਕੱਲੇ ਸਟੂਡੈਂਟਸ ਪਏ ਨੇ। ਸੋ ਯੈਸ, ਹਰ ਕੰਟਰੀ ਦੀ ਜਿਹੜੀ ਜ਼ਰੂਰਤ ਹੈ ਉਸ ਹਿਸਾਬ ਨਾਲ ਰਿਕਰੂਟਮੈਂਟ ਕੀਤੀ ਜਾਂਦੀ ਹੈ, ਉਸ ਹਿਸਾਬ ਨਾਲ ਵੀਜ਼ਾਸ ਦੀ ਪਲੈਨਿੰਗ ਕੀਤੀ ਜਾਂਦੀ, ਉਸ ਹਿਸਾਬ ਨਾਲ ਐਨੂਅਲ ਕੋਟਾ ਕੀਤਾ ਜਾਂਦਾ ਹੈ। ਔਰ ਕੋਟਾ ਕੈਨੇਡਾ ਨੇ ਤਾਂ ਆਲਮੋਸਟ ਡਬਲ ਕਰਤਾ, ਪਿਛਲੇ ਸਾਲ ਦਾ ਵੀ ਤੇ ਇਸ ਸਾਲ ਦਾ ਵੀ। ਸੋ ਜਨਰਲੀ 1.25 ਲੱਖ ਸਟੂਡੈਂਟ ਜਾਂਦਾ ਹੁੰਦਾ ਕੈਨੇਡਾ, ਸਾਡੇ ਕੋਲੋਂ ਇਸ ਸਾਲ 2.5 ਲੱਖ ਗਿਆ ਹੈ। ਇਸ ਸਾਲ ਦੇ ਵਿੱਚ ਅਗੇਨ ਉਮੀਦ ਆ ਕਿ 2.5 ਲੱਖ ਦੇ ਕਰੀਬ ਸਟੂਡੈਂਟਸ ਜਿਹੜੇ ਫਿਰ ਉੱਥੇ ਪਹੁੰਚਣਗੇ। ਬਿਕੋਜ਼ ਜਿਹੜਾ ਪਿਛਲਾ ਸਮੇਂ ਦੇ ਵਿੱਚ ਸਟੂਡੈਂਟਸ ਪ੍ਰੈਕਟੀਕਲੀ ਫਿਜ਼ੀਕਲੀ ਨਹੀਂ ਜਾ ਸਕੇ ਉਹਨੂੰ ਕੰਪਨਸੇਟ ਕਰਨਾ ਹੈ। ਔਰ ਕੈਨੇਡਾ ਨੇ ਤਾਂ ਆਪਣਾ ਟੀਚਾ ਮਿੱਥਿਆ ਹੁੰਦਾ ਕਿ ਸਾਡੇ ਕੋਲ ਸਾਲ ਦਾ 4-4.25 ਲੱਖ ਬੰਦਾ ਹੈ, ਉਹਨੂੰ ਅਸੀਂ ਪੱਕਾ ਕਰਨਾ ਹੈ। ਔਰ ਅਗਰ ਅਸੀਂ ਦੋਨਾਂ ਕੰਟਰੀ ਸਿਮਿਲੈਰਿਟੀ ਵੇਖੀਏ, US ਔਰ ਕੈਨੇਡਾ, US ਵਿੱਚ ਜਿਹੜੀਆਂ ਪਟੀਸ਼ਨਸ ਨੇ ਇਹ ਲੰਬੀਆਂ ਚੱਲਦੀਆਂ ਨੇ ਔਰ ਕੈਨੇਡਾ ਦੇ ਵਿੱਚ ਥੋੜ੍ਹਾ ਜਿਹਾ ਇਹਨਾਂ ਨੂੰ ਸਮਾਂ ਘੱਟ ਲੱਗਦਾ ਹੈ, ਇਹ ਕੁਇਕਲੀ ਨਿਕਲ ਆਉਂਦੀਆਂ ਨੇ। ਪਰ ਇਹ ਦੋਨੋਂ ਮੁਲਕਾਂ ਜਿੱਥੋਂ ਤੁਸੀਂ ਵਾਪਸ ਆਉਂਦੇ ਬੰਦੇ ਨਹੀਂ ਵੇਖਦੇ ਕਿ ਕੋਈ ਉੱਥੇ US ਜਾਂ ਕੈਨੇਡਾ ਗਿਆ ਤੇ ਉਹਦਾ ਉੱਥੇ ਕੁਛ ਨਹੀਂ ਬਣਿਆ। ਸੋ ਉੱਥੇ ਰਹਿਣ ਦੇ ਮੌਕੇ ਰਹਿੰਦੇ ਨੇ ਬਿਕੋਜ਼ ਇਹ ਦੋਨੋਂ ਇਮੀਗ੍ਰੈਂਟ ਕੰਟਰੀਜ਼ ਨੇ। ਸੋ ਦੋਨੋਂ ਲਾਜ਼ ਇਸ ਤਰੀਕੇ ਨਾਲ ਕਿ ਜਿਹੜੇ ਸਟੂਡੈਂਟਸ ਨੂੰ, ਐਪਲੀਕੈਂਟਸ ਨੂੰ, ਵਿਜ਼ਟਰਸ ਨੂੰ, ਹਰ ਇੱਕ ਨੂੰ ਮੌਕਾ ਮਿਲਦਾ ਉੱਥੇ ਕਿ ਅਗਰ ਉਹ ਉੱਥੇ ਅਡੈਪਟ ਹੋਣਾ ਚਾਹੁੰਦੇ ਹੋ ਸਕਦੇ ਆ। ਸੋ ਮੀਨਸ ਕੁਛ ਵੀ ਹੋ, ਐਂਡਸ ਇਹੀ ਹੈ ਕਿ ਉਹ ਉੱਥੋਂ ਦੇ ਇਮੀਗ੍ਰੈਂਟ ਬਣ ਸਕਦੇ ਆ। ਔਰ ਯੈਸ, ਇਹ ਵੈਲਕਮਿੰਗ ਆ। ਸੋ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਕੰਟਰੀਜ਼ ਜਿਹੜੀਆਂ ਇਹਨਾਂ ਚੀਜ਼ਾਂ ਦੀ ਰਿਲੈਕਸੇਸ਼ਨ
ਉਹ ਹੋਰ ਐਕਸਟੈਂਡ ਕਰਨਗੇ। ਇੱਕ ਮੈਂ ਚੀਜ਼ ਸੁਣ ਰਿਹਾ ਸੀ AIP ਜੋ 19 ਜੋ ਵਾਇਰਸ ਦੇ ਦੌਰਾਨ ਹੋਈ ਸੀ, ਅਪਰੂਵਡ ਇਨ ਪ੍ਰਿੰਸੀਪਲ, ਇਹਦੇ ਬਾਰੇ ਥੋੜਾ ਜਿਹੀ ਜਾਣਕਾਰੀ ਦਿਓਗੇ? ਬੇਸਿਕਲੀ ਕੈਨੇਡਾ ਨੇ ਕੀ ਕੀਤਾ ਸੀ, ਕੈਨੇਡਾ ਨੇ ਜਦੋਂ ਸ਼ੁਰੂਆਤ ਕੀਤੀ ਜੀ, ਜਦੋਂ ਅੰਬੈਸੀਜ਼ ਬੰਦ ਸੀ, ਜਦੋਂ ਫਿਜ਼ੀਕਲ ਮੂਵਮੈਂਟ ਬਿਲਕੁਲ ਨਹੀਂ ਹੋ ਸਕਦੀ ਸੀ, ਔਰ ਉਸ ਟਾਈਮ ਤੇ ਵੀ ਕੈਨੇਡਾ ਨੇ ਐਪਲੀਕੇਸ਼ਨਸ ਲੈਣੀਆਂ ਚਾਲੂ ਰੱਖੀਆਂ। ਸੋ ਐਪਲੀਕੇਸ਼ਨਸ ਆਉਂਦੀਆਂ ਗਈਆਂ। ਸੋ ਕੈਨੇਡਾ ਨੇ ਇੱਕ ਨਵੀਂ ਸਕੀਮ ਕੱਢੀ। ਉਹ ਸਕੀਮ ਕੀ ਸੀ ਕਿ ਤੁਹਾਡਾ ਵੀਜ਼ਾ ਅਸੀਂ ਈਮੇਲ ਦੇ ਉੱਪਰ ਅਪਰੂਵ ਕਰ ਦਾਂਗੇ। ਉਹਨੂੰ AIP ਕਿਹਾ ਗਿਆ ਕਿ ਤੁਹਾਡੀ AIP ਆ ਗਈ, ਇਟ ਮੀਨਸ ਤੁਹਾਡਾ ਵੀਜ਼ਾ ਪ੍ਰੋਸੈਸ ਹੋ ਗਿਆ, ਅਪਰੂਵ ਹੋ ਗਿਆ, ਕਿਉਂਕਿ ਬਾਇਓਮੈਟ੍ਰਿਕਸ ਹੋ ਨਹੀਂ ਸਕਦੇ ਜੀ। ਸੋ ਪਹਿਲੀ ਵਾਰੀ ਸੀ ਕਿ ਬਾਇਓਮੈਟ੍ਰਿਕਸ ਤੋਂ ਬਿਨਾ ਐਪਲੀਕੇਸ਼ਨਸ ਪ੍ਰੋਸੈਸ ਹੋਈਆਂ, ਨਹੀਂ ਤਾਂ ਬਾਇਓਮੈਟ੍ਰਿਕਸ ਦੇ ਜਦ ਤੱਕ ਨਹੀਂ ਹੁੰਦੇ ਐਪਲੀਕੈਂਟ ਦੇ, ਉਦੋਂ ਤੱਕ ਜਿਹੜੀ ਐਪਲੀਕੇਸ਼ਨ ਕੰਪਲੀਟ ਨਹੀਂ ਮੰਨੀ ਜਾਂਦੀ। ਓਕੇ। ਸੋ ਬਾਇਓਮੈਟ੍ਰਿਕਸ ਤੋਂ ਬਿਨਾ ਐਪਲੀਕੇਸ਼ਨਸ ਪ੍ਰੋਸੈਸ ਹੋਈਆਂ, ਵੀਜ਼ਾ ਗ੍ਰਾਂਟ ਹੋਏ। ਔਰ AIP ਤੋਂ ਬਾਅਦ ਬਹੁਤ ਸਾਰੇ ਸਟੂਡੈਂਟਸ ਸੀਗੇ, ਕਿਉਂਕਿ ਤੁਸੀਂ ਨਾ ਸਟੈਂਪਿੰਗ ਲਈ ਜਾ ਸਕਦੇ ਸੀ, ਨਾ ਕਿਤੇ ਪਾਸਪੋਰਟ ਭੇਜ ਸਕਦੇ ਸੀ, ਨਾ ਬਲੂ ਡਾਟ ਚੱਲਦਾ ਸੀ, ਨਾ VFS ਚੱਲਦਾ ਸੀ। ਸੋ ਸਟੂਡੈਂਟਸ ਨੇ ਕੰਟੀਨਿਊਸਲੀ ਕਲਾਸਾਂ ਲਾਉਂਦੇ ਰਹੇ, ਕੰਟੀਨਿਊਸਲੀ ਕਲਾਸਾਂ ਚੱਲਦੀਆਂ ਰਹੀਆਂ। ਸ਼ੋਰ। ਔਰ ਜਿੱਦਾਂ ਕੋਈ ਪਾਲਿਸੀ ਅਨਾਉਂਸ ਕੀਤੀ, ਉਹਦੇ ਪੋਜ਼ਿਟਿਵ ਇਫੈਕਟਸ ਵੀ ਨੇ ਤੇ ਨੈਗੇਟਿਵ ਇਫੈਕਟਸ ਨੇ ਬਹੁਤ। ਇਹ ਪਾਲਿਸੀ ਦੇ ਬਹੁਤ ਸਾਰੇ ਨੈਗੇਟਿਵ ਇਫੈਕਟਸ ਰਹੇ। ਉਹ ਇਨ ਟਰਮਸ ਆਫ ਕਿ ਸਟੂਡੈਂਟਸ ਦੀ ਜਿੰਨੀ ਤਾਦਾਦ ਅੰਬੈਸੀ ਨੇ ਸੋਚੀ ਸੀ, ਉਸ ਤੋਂ ਕਿਤੇ ਵੱਧ ਐਪਲੀਕੇਸ਼ਨਸ ਆ ਗਈਆਂ। ਓ ਗॉड। ਬਿਕਾਜ਼ ਉਸ ਸਮੇਂ ਦੇ ਵਿੱਚ ਬਾਕੀ ਸਾਰੀਆਂ ਅੰਬੈਸੀਜ਼ ਦੇ ਤਾਲੇ ਲੱਗੇ ਸੀ, ਕੱਲਾ ਕੈਨੇਡਾ ਦਾ ਸ਼ਟਰ ਅਪ ਸੀ, ਐਕਸੈਪਟ ਕਰ ਰਹੇ ਸੀ। ਸੋ ਯੈਸ, ਸਭ ਤੋਂ ਵੱਧ ਐਪਲੀਕੇਸ਼ਨਸ ਪੋਰ ਇਨ ਹੁੰਦੀਆਂ ਗਈਆਂ। ਹਾਂ। ਉਹ ਸਾਰੀਆਂ ਐਪਲੀਕੇਸ਼ਨਸ ਦੇ ਵੀਜ਼ਾਸ ਗ੍ਰਾਂਟ ਹੁੰਦੇ ਗਏ। ਸ਼ੋਰ। ਬਟ ਜਦੋਂ ਐਕਚੁਅਲ ਸਮਾਂ ਆਇਆ, ਇਹ ਤਕਰੀਬਨ ਬਹੁਤ ਸਾਰੇ ਕਿਊਬੈਕ ਦੇ ਕਾਲਜਸ ਉਦੋਂ ਇਨਵੋਲਵ ਸੀ ਇਹਦੇ ਵਿੱਚ। ਸੋ ਜਦੋਂ ਐਕਚੁਅਲ ਸਮਾਂ ਆਇਆ ਕਿ ਵੀਜ਼ਾਸ ਦੇ ਉੱਪਰ ਸਟੈਂਪਿੰਗ ਦਾ, ਉਦੋਂ ਉਹ ਕਾਲਜਸ ਸਸਪੈਂਸ਼ਨ ਵਿੱਚ ਚਲੇ ਗਏ। ਸੋ ਬਹੁਤ ਸਾਰੇ ਬੱਚਿਆਂ ਦੀ AIPs ਆਈਆਂ, ਬੱਚੇ ਕਲਾਸਾਂ ਲਾ ਰਹੇ ਸੀ, ਫੀਸਾਂ ਪੇ ਕੀਤੀਆਂ ਸੀ। ਸੋ ਉਸ ਤੋਂ ਬਾਅਦ ਫਾਈਨਲੀ ਉਹਨਾਂ ਦੇ ਵੀਜ਼ਾਸ ਕਦੀ ਨਹੀਂ ਆਏ, ਕਿਉਂਕਿ ਉਹਦੇ ਵਿੱਚੋਂ 90% ਜਿਹੜੀ ਐਪਲੀਕੇਸ਼ਨਸ ਉਹ ਰਿਫਿਊਜ਼ ਹੋ ਗਈਆਂ। ਉਹ ਉਸ ਰਿਫਿਊਜ਼ਲ ਦਾ ਇੰਨਾ ਮਾੜਾ ਇਫੈਕਟ ਰਿਹਾ ਇਸ ਇੰਡਸਟਰੀ ਦੇ ਉੱਪਰ ਕਿ ਬਹੁਤ ਸਾਰੇ ਕਾਲਜਸ ਦੇ ਵੈਂਟ ਬੈਂਕਰਪਟ। ਸੋ ਉਹ ਕਾਲਜਸ ਨੇ ਆਪਣੀ ਬੈਂਕਰਪਸੀ ਫਾਈਲ ਕਰਤੀ। ਸਟੂਡੈਂਟਸ ਸਾਲ ਡੇਢ ਸਾਲ ਤੋਂ ਕਲਾਸਿਸ ਆਨਲਾਈਨ ਲਾ ਰਹੇ ਸੀ, ਔਰ ਯੈਸ ਉਹਦੇ ਲਾਅ ਹੈ ਕਿ ਉਹਨਾਂ ਦੀ ਫੀਸ ਰੀਫੰਡ ਹੋਣੀ ਸੀ, ਬਿਕਾਜ਼ ਜਦ ਤੱਕ ਫਿਜ਼ੀਕਲ ਕਲਾਸ ਨਹੀਂ ਲੱਗਦੀ ਤੁਹਾਡਾ ਫੀਸ ਨਹੀਂ ਕੱਟੀ ਜਾਂਦੀ ਸੀ। ਔਰ ਮੈਕਸਿਮਮ ਕਿਊਬੈਕ ਦੇ ਵਿੱਚ $1500 ਤੋਂ ਵੱਧ ਕੋਈ ਫੀਸ ਡਿਡਕਟ ਨਹੀਂ ਕਰ ਸਕਦਾ, ਲਾਅ ਵੀ ਹੈ। ਸੋ ਫਾਈਨਲੀ ਦੇ ਨੀਡਡ ਟੂ ਰੀਫੰਡ ਦਾ ਮਨੀ। ਸੋ ਇੰਨਾ ਪੈਸਾ ਕਾਲਜਸ ਨੇ ਕੰਜ਼ਿਊਮ ਕਰ ਲਿਆ ਸੀ, ਬਿਕਾਜ਼ ਉਹਨਾਂ ਦੀ ਆਪਣੇ ਐਕਸਪੈਂਡੀਚਰ ਚੱਲਦੇ ਨੇ। ਔਰ ਉਹ ਸਟੂਡੈਂਟਸ ਅੱਜ ਤੱਕ ਵੀ ਕਦੀ ਦਿੱਲੀ ਧਰਨੇ ਲਾਉਂਦੇ ਆ, ਕਦੀ ਏਜੰਟਸ ਦੇ ਦਫ਼ਤਰਾਂ ਮੂਹਰੇ ਧਰਨੇ ਲਾਉਂਦੇ ਆ, ਕਿਉਂਕਿ ਉਹ ਕਾਲਜਸ ਸਸਪੈਂਸ਼ਨ ਦੇ ਵਿੱਚ ਚਲੇ ਗਿਆ, ਜਾਣ ਤੋਂ ਬਾਅਦ ਰਿਸਟੋਰ ਨਹੀਂ ਹੋਏ। ਜੇ ਰਿਸਟੋਰ ਹੋਏ ਵੀ, ਬਹੁਤ ਸਾਰੇ ਇਕੱਲੇ ਜਾਣ ਵਾਲੇ ਸਟੂਡੈਂਟਸ ਨੇ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਸਟੂਡੈਂਟ ਸੀਗੇ, ਉਹਨਾਂ ਨੇ ਵੀ ਸਫਰ ਕੀਤਾ, ਬਿਕਾਜ਼ ਜਿਨ੍ਹਾਂ ਦੀ ਪੜ੍ਹਾਈ ਦਾ ਅਖੀਰਲਾ ਸਾਲ ਸੀ, ਅਖੀਰਲਾ ਸਮੈਸਟਰ ਸੀ, ਉੱਧਰੋਂ ਕਾਲਜ ਬੰਦ ਹੋ ਗਿਆ, ਤੁਹਾਡੇ ਕ੍ਰੈਡੈਂਸ਼ੀਅਲਸ, ਤੁਹਾਡੇ ਕ੍ਰੈਡਿਟਸ ਉਹ ਤੁਹਾਨੂੰ ਮਿਲ ਨਹੀਂ ਰਹੇ। ਸੋ ਤੁਹਾਡੀ ਪੜ੍ਹਾਈ ਸਫਰ ਹੋ ਗਈ। ਸੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ, ਸੋ ਜਿਹਦਾ ਕਰਕੇ ਕੈਨੇਡਾ ਦੇ ਵਿੱਚ ਸਟੂਡੈਂਟਸ ਨੇ ਬਹੁਤ ਭੁਗਤਿਆ ਹੈ। ਔਰ ਅੱਜ ਵੀ ਤੁਸੀਂ ਵੇਖੋਗੇ ਐਵਰੀ ਆਡ ਡੇ ਯੂ ਹੀਅਰ ਸਮਬਡੀ ਕਿ ਸਟੂਡੈਂਟਸ ਜੇ ਉਹ ਸ਼ਾਊਟ ਕਰਦੇ ਨੇ, ਕਦੀ ਕਿਸੇ ਏਜੰਟ ਦੇ ਬਾਹਰ, ਕਦੀ ਕਿਸੇ ਆਫਿਸ ਦੇ ਬਾਹਰ, ਬਿਕਾਜ਼ ਉਹਨਾਂ ਦੇ ਜਿਹੜੇ ਪੈਸੇ ਆ ਉਹ ਰੀਫੰਡ ਨਹੀਂ ਹੋਏ। ਔਰ ਐਜ਼ ਅ ਇੰਡੀਅਨ ਮੈਂਟੈਲਿਟੀ ਬੱਚੇ ਹਮੇਸ਼ਾ ਹੀ ਸੋਚਦੇ ਨੇ ਕਿ ਉਹਨਾਂ ਨੇ ਕਾਲਜ ਨੂੰ ਨਹੀਂ ਪੇ ਕੀਤਾ, ਉਹਨਾਂ ਨੇ ਏਜੰਟ ਨੂੰ ਪੇ ਕੀਤਾ। ਲਾਫੁਲੀ ਦੇ ਪੇ ਟੂ ਦਾ ਏਜੰਟ, ਦੇ ਡਿਡਨਟ ਪੇ ਟੂ ਦਾ ਏਜੰਟ, ਉਹਨਾਂ ਡਾਇਰੈਕਟ ਫੀਸ ਟ੍ਰਾਂਸਫਰ ਕੀਤੀ ਹੈ। ਬਟ ਇੰਡੀਆ ਇੱਕ ਐਸਾ ਸਮਾਜ ਹੈ ਜਿਹਦੇ ਵਿੱਚ ਤੁਹਾਡੀ ਕੱਲੀ ਕ੍ਰਿਮੀਨਲ ਲਾਇਬਿਲਿਟੀ ਨਹੀਂ ਹੁੰਦੀ। ਸੋ ਤੁਹਾਡੀ ਇੱਥੇ ਕੱਲੀ ਲਾਈਕ ਅਸੀਂ ਕਹੀਏ ਨਾ ਕਿ ਲੀਗਲ ਲਾਇਬਿਲਿਟੀ ਨਹੀਂ ਹੈਗੀ, ਸੋ ਤੁਹਾਡੀ ਇੱਥੇ ਸੋਸ਼ਲ ਲਾਇਬਿਲਿਟੀ ਵੀ ਹੈ। ਸੋ ਉਸ ਸੋਸ਼ਲ ਲਾਇਬਿਲਿਟੀ ਦੇ ਚੱਲਦੇ ਬਹੁਤ ਸਾਰੇ ਏਜੰਟਸ ਨੂੰ ਪੈਸੇ ਵਾਪਸ ਕਰਨੇ ਪਏ, ਐਂਡ ਸਟਿਲ ਇਹ ਚੱਲ ਰਿਹਾ, ਹਾਲੇ ਇਹ ਅੱਜ ਕੱਲ੍ਹ ਚੱਲ ਰਿਹਾ ਹੈ। ਸੋ ਜਿਹੜੀਆਂ ਪਾਲਿਸੀਜ਼ ਕੰਟਰੀ ਅਨਾਉਂਸ ਕਰਦੀਆਂ ਨੇ, ਕਈ ਵਾਰੀ ਉਹ ਚੰਗੇ ਲਈ ਕਰਦੀਆਂ ਨੇ, ਬਟ ਉਹਨਾਂ ਦਾ ਪੁੱਠਾ ਇਫੈਕਟ ਵੀ ਪੈਂਦਾ ਹੈ। ਸੋ ਕਈ ਵਾਰ ਮੈਂ ਸੋਚਦਾ ਕਿ ਅਮਰੀਕਾ ਐਂਡ ਕੈਨੇਡਾ ਕਾਮਨ ਬਾਰਡਰ ਸ਼ੇਅਰ ਕਰਦੇ ਨੇ, ਪਰ ਆਲ ਟੂਗੇਦਰ ਡਿਫਰੈਂਟ ਆ ਦੋਵਾਂ ਦਾ ਪ੍ਰੋਸੈਸ, ਮੈਚ ਹੀ ਨਹੀਂ ਕਰਦਾ ਕਿਸੇ ਤਰੀਕੇ ਨਾਲ। ਦੋਨਾਂ ਦੀ ਬੇਸਿਕਲੀ ਵਰਕਿੰਗ ਸਟਰਕਚਰ ਟੋਟਲੀ ਡਿਫਰੈਂਟ ਹੈ, ਮਾਈਲਸ ਅਪਾਰਟ, ਕਿ ਇਹਨਾਂ ਦੀ ਆਈਡੀਓਲੋਜੀ ਬਿਲਕੁਲ ਡਿਫਰੈਂਟ ਹੈ। ਹਾਂ, ਦੋਨਾਂ ਨੂੰ ਇਮੀਗ੍ਰੈਂਟਸ ਚਾਹੀਦੇ ਨੇ, ਔਰ ਵਨਸ ਯੂ ਆਰ ਇਨ ਕੈਨੇਡਾ ਤੁਹਾਡਾ ਅਮਰੀਕਾ ਆਉਣਾ ਕੋਈ ਮੁਸ਼ਕਲ ਨਹੀਂ ਹੈ, ਯੂ ਆਰ ਇਨ USA ਤੁਹਾਡਾ ਕੈਨੇਡਾ ਜਾਣਾ ਕੋਈ ਮੁਸ਼ਕਲ ਨਹੀਂ ਹੈ। ਸੋ ਅਸੀਂ ਬਹੁਤ ਸਾਰੀਆਂ ਐਪਲੀਕੇਸ਼ਨਸ ਇੱਦਾਂ ਦੀਆਂ ਪ੍ਰੋਸੈਸ ਕੀਤੀਆਂ ਜਿਨ੍ਹਾਂ ਦੇ ਇਮੀਗ੍ਰੈਂਟ ਕੇਸਿਸ ਫਾਈਲ ਹੋਏ ਆ, ਉਹਨਾਂ ਨੂੰ ਅਸੀਂ ਵਾਈਫ ਦੇ ਲਾਈਕ ਹਾਲੇ ਬਾਇਓਮੈਟ੍ਰਿਕਸ ਓਪਨ ਨਹੀਂ ਹੋ ਰਹੀਆਂ, ਅੰਬੈਸੀ ਤੋਂ ਮੇਲਸ ਆ ਨਹੀਂ ਰਹੀਆਂ, ਸੋ ਉਹਨਾਂ ਦੇ ਵੀਜ਼ਾਸ ਇੱਥੇ ਪ੍ਰੋਸੈਸ ਨਹੀਂ ਹੋ ਪਾ ਰਹੇ, ਬਿਕਾਜ਼ ਅੰਬੈਸੀ ਜਾ ਹੀ ਨਹੀਂ ਰਹੇ। ਟੂਰਿਸਟ ਦੀਆਂ ਅਪਾਇੰਟਮੈਂਟਸ ਵੀ ਹਾਲੇ ਤੱਕ ਓਪਨ ਨਹੀਂ ਹੋਈਆਂ। ਸੋ ਉਹਨਾਂ ਐਪਲੀਕੈਂਟਸ ਦੇ ਅਸੀਂ ਕੈਨੇਡਾ ਦੇ ਵੀਜ਼ੇ ਲਏ ਆ। ਸੋ ਮੀਆਂ ਬੀਵੀ ਕੈਨੇਡਾ ਜਾ ਕੇ ਮਿਲ ਆਉਂਦੇ। ਓਕੇ, ਯੂ ਨੀਡ ਟੂ ਫਾਈਂਡ ਦਾ ਵੇਜ਼, ਕਿਉਂਕਿ ਜਿਸ ਤਰੀਕੇ ਨਾਲ ਅਸੀਂ ਸੋਚਦੇ ਹਾਂ
ਸਾਨੂੰ ਇਹ ਦੋਨੋਂ ਅਲੱਗ-ਅਲੱਗ ਮੁਲਕ ਲੱਗਦੇ ਆ, ਬਟ ਜਦੋਂ ਅਸੀਂ ਪ੍ਰੈਕਟੀਕਲੀ ਜਾ ਕੇ ਵੇਖਦੇ ਹੋ ਤਾਂ ਉੱਥੇ ਤਕਰੀਬਨ ਲੋਕਾਂ ਦੇ ਕੰਮ ਕਰ ਕੈਨੇਡਾ ਵਾਲਿਆਂ ਦੇ ਅਮਰੀਕਾ 'ਚ ਨੇ, ਅਮਰੀਕਾ ਵਾਲਿਆਂ ਦੇ ਕੈਨੇਡਾ 'ਚ ਨੇ, ਆਉਣਾ ਜਾਣਾ ਸਭ ਦਾ ਚਾਲੂ ਆ। ਸੋ ਉੱਥੇ ਇਟ ਇਜ਼ ਕਾਈਂਡ ਆਫ ਵਨ ਨੇਸ਼ਨ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸੀਗਾ ਫਰੋਮ ਸਟੂਡੈਂਟਸ ਪੁਆਇੰਟ ਆਫ ਵਿਊ, ਫਰੋਮ ਇਮੀਗ੍ਰੈਂਟਸ ਪੁਆਇੰਟ ਆਫ ਵਿਊ, ਕਿਉਂਕਿ ਦੋਨੋਂ ਕੰਟਰੀਜ਼ ਇਮੀਗ੍ਰੈਂਟਸ ਦੇ ਨਾਲ ਚੱਲਦੀਆਂ ਨੇ, ਵਸਦੀਆਂ ਨੇ। ਇਹ ਦੋਨਾਂ ਦੀ ਬੇਸਿਕ ਡਿਫਰੈਂਸ ਕੀ ਹੈ? ਆਈਡੀਓਲੋਜੀ 'ਚ ਕੀ ਡਿਫਰੈਂਸ ਹੈ, ਸੋਚ 'ਚ ਕੀ ਡਿਫਰੈਂਸ ਹੈ ਕਿ ਦੋਵਾਂ ਦਾ ਪ੍ਰੋਸੈਸ ਡਿਫਰੈਂਟ ਹੋ ਜਾਂਦਾ, ਕਿ ਉਹਨਾਂ ਦੇ ਕੋਈ ਲਾਜ਼ ਡਿਫਰੈਂਟ ਨੇ ਜਾਂ ਇਕਨੋਮੀ ਆਬਵੀਅਸਲੀ ਕਨਸਟੀਟਿਊਸ਼ਨ ਟੋਟਲੀ ਡਿਫਰੈਂਟ ਨੇ, ਮਤਲਬ ਉਸ ਕਰਕੇ ਚੀਜ਼ਾਂ ਦੀ ਅਪਰੋਚ, ਚੀਜ਼ਾਂ ਦੇ ਕੰਮ ਕਰਨ ਦਾ ਤਰੀਕਾ ਮਾਈਲਸ ਅਪਾਰਟ ਹੈ। ਸੋ ਕੈਨੇਡਾ ਦੀ ਜਿਹੜੀ ਪਾਲਿਸੀ ਆ, ਕੈਨੇਡਾ ਲਾਈਕ ਥੋੜਾ ਜਿਹਾ ਕੈਨੇਡਾ ਨੂੰ ਅਸੀਂ ਜਾਣਦੇ ਹਾਂ ਬਾਈ 1 ਗੈਟ 1 ਫ੍ਰੀ। ਕੈਨੇਡਾ 'ਚ ਟੱਬਰ 'ਚ ਇੱਕ ਦਾ ਵੀਜ਼ਾ ਲੈ ਲਓ, ਤੁਸੀਂ ਵੇਖੋਗੇ ਹੌਲੀ ਹੌਲੀ ਸਾਰਾ ਟੱਬਰ ਚੱਲ ਜਾਂਦਾ ਆ। ਯੂਐਸ ਵਿੱਚ ਵੀ ਇਹ ਪ੍ਰੋਵੀਜ਼ਨ ਹੈਗੀ ਆ, ਬਟ ਯੂਐਸ ਵਿੱਚ ਇਹ ਬਹੁਤ ਲੰਬਾ ਸਮਾਂ ਲੈਂਦੀ ਹੈ। ਸੋ ਉਦੋਂ ਤੱਕ ਸਾਰੇ ਐਪਲੀਕੈਂਟ ਡਰਦੇ ਨੇ ਕਿ ਮੇਰਾ ਇਮੀਗ੍ਰੈਂਟ ਕੇਸ ਪਿਆ, ਮੈਂ ਨਾਨ ਇਮੀਗ੍ਰੈਂਟ ਕੇਸ ਪਾਵਾਂ ਨਾ, ਹਾਲਾਂਕਿ ਇਹ ਮਿਥ ਹੈ। ਬਹੁਤ ਸਾਰੇ ਅਸੀਂ ਇਮੀਗ੍ਰੈਂਟ ਕੇਸਿਸ ਦੇ ਨਾਨ ਇਮੀਗ੍ਰੈਂਟ ਵੀਜ਼ਾਸ ਲਏ ਹੋਏ ਆ ਔਰ ਕੰਟੀਨਿਊਸਲੀ ਲੈ ਰਹੇ ਹਾਂ, ਬਟ ਜਿਹੜੀ ਧਾਰਨਾ ਨੂੰ ਇੱਕਦਮ ਤੋੜਨਾ ਥੋੜਾ ਸੌਖਾ ਨਹੀਂ ਹੁੰਦਾ, ਬਿਕੋਜ਼ ਉਹ ਬਹੁਤ ਜਲਦੀ ਸਪਰੈਡ ਅਪ ਕਰਦੀ ਹੈ। ਸੋ ਅਸੀਂ ਜਦੋਂ ਕਲਾਇੰਟ ਨੂੰ ਕੋਈ ਗੱਲਬਾਤ ਕਰਦੇ ਹਾਂ ਸ਼ੁਰੂਆਤ ਵਿੱਚ ਵੀ, ਤੁਸੀਂ ਅੱਛਾ ਆਹ ਸਟੇਜ ਆ, ਤੁਸੀਂ ਯੂ ਹੈਵ ਦਿਸ ਸੋਲਿਊਸ਼ਨ ਆਲਸੋ, ਐਂਡ ਸਮਟਾਈਮਸ ਕਲਾਇੰਟਸ ਹੈਰਾਨ ਹੋ ਜਾਂਦੇ ਕਿ ਇਹ ਪੋਸੀਬਿਲਿਟੀ ਕਿਸ ਤਰੀਕੇ ਨਾਲ, ਬਿਕੋਜ਼ ਥਾਟ ਪ੍ਰੋਸੈਸ ਜਿਹੜਾ ਜੈਨਰਿਕ ਆ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ। ਬਟ ਸਟਿਲ ਬਹੁਤ ਸਾਰੇ ਸਟੂਡੈਂਟਸ ਦਾ, ਬਹੁਤ ਸਾਰੇ ਐਪਲੀਕੈਂਟਸ ਦਾ, ਬਹੁਤ ਸਾਰੇ ਇਮੀਗ੍ਰੈਂਟਸ ਦਾ, ਉਹਨਾਂ ਦੀ ਫੈਮਿਲੀ ਦਾ ਰੀਯੂਨੀਅਨ ਦੇ ਜਿਹੜੇ ਕੇਸਿਸ ਆ ਉਹ ਇੱਧਰੋਂ ਉੱਧਰੋਂ ਕਿਸੇ ਨਾ ਕਿਸੇ ਤਰੀਕੇ ਨਾਲ ਪੂਰੇ ਰਸਤੇ ਬਹੁਤ ਸਾਰੇ ਹੈਗੇ ਜਿਹਦੇ ਨਾਲ ਪੂਰੇ ਹੋ ਜਾਂਦੇ ਆ। ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਸੀ, ਕੋਈ ਕੇਸ ਹੈ ਤੁਹਾਡੇ ਕੋਲ, ਕੋਈ ਕੇਸ ਸਟੱਡੀ ਐਸੀ ਹੋਵੇ ਕਿ ਤੁਹਾਡੇ ਕੋਲ ਕੋਈ ਐਪਲੀਕੈਂਟ ਆਇਆ ਹੋਵੇ, ਉਹ ਇੰਟਰਸਟਿਡ ਹੋਵੇ ਕਿ ਮੈਂ ਅਮਰੀਕਾ ਜਾਣਾ ਮੰਨ ਲਓ, ਪਰ ਜਦੋਂ ਤੁਸੀਂ ਉਹ ਸਾਰਾ ਕੁਝ ਉਹਨੂੰ ਇੰਟਰਵਿਊ ਕੀਤਾ, ਉਹਦੇ ਕੋਲੋਂ ਸਾਰੀ ਡਿਟੇਲਸ ਪੁੱਛੀਆਂ, ਉਹਨੂੰ ਸੁਜੈਸਟ ਕੀਤਾ ਨੋ ਯੂ ਸ਼ੁੱਡ ਗੋ ਟੂ ਕੈਨੇਡਾ। ਸਰ ਇਟ ਇਜ਼ ਰੂਟੀਨ ਐਵਰੀ ਡੇ, ਇਹ ਰੋਜ਼ ਦਾ ਕੰਮ ਹੈ। ਬਿਕੋਜ਼ ਸਾਡੇ ਕੋਲ ਨਾ ਪੰਜਾਬ ਇੱਦਾਂ ਦੀ ਜਗ੍ਹਾ ਆ ਜਿੱਥੇ ਲੋਕੀ ਆਪਣਾ ਮਾਈਂਡ ਸੈੱਟ ਕਰਕੇ ਆਉਂਦੇ ਆ। ਹਾਂਜੀ, ਕਿ ਮੈਂ ਜੀ ਜਾਣਾ ਤਾਂ ਇੱਥੇ ਹੀ ਆ, ਐਂਡ ਵੀ ਟੈਲ them ਬੜੀ ਇਹਨੂੰ ਛੱਡ ਲਓ ਔਰ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਦਿਸ ਇਜ਼ ਦਾ ਬੈਸਟ ਕੰਟਰੀ, ਇੱਥੇ ਦੀ ਪੋਸੀਬਿਲਿਟੀ ਜ਼ਿਆਦੀ ਆ, ਰਾਈਟ। ਸੋ ਯੂਕੇ ਨੂੰ ਬਹੁਤ ਸਾਰੇ ਸਟੂਡੈਂਟਸ ਇਸੇ ਤਰੀਕੇ ਨਾਲ, ਕੈਨੇਡਾ ਵਾਲੇ ਸਟੂਡੈਂਟਸ ਯੂਕੇ ਗਏ ਆ, ਰਾਈਟ। ਸੋ ਇਸੇ ਤਰੀਕੇ ਨਾਲ ਕੈਨੇਡਾ ਵਾਲੇ ਸਟੂਡੈਂਟਸ ਬਹੁਤ ਸਾਰੇ ਯੂਐਸਏ ਗਏ ਆ, ਬਹੁਤ ਸਾਰੇ ਜਿਹੜੇ ਯੂਕੇ ਜਾਣਾ ਚਾਹੁੰਦੇ ਸੀ ਉਹ ਕੈਨੇਡਾ ਗਏ ਆ। ਸੋ ਬਹੁਤ ਸਾਰੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ ਜਾਂ ਜਿਹੜੇ ਯੂਐਸਏ ਜਾਣਾ ਚਾਹੁੰਦੇ ਸੀ ਉਹ ਇੱਕ ਦੂਜੇ ਵਾਲੇ ਪਾਸੇ ਨੂੰ ਟ੍ਰਾਂਸਫਰ ਹੋਏ ਆ, ਸ਼ਫਲ ਹੁੰਦਾ। ਬਿਕੋਜ਼ ਅਸੀਂ ਸਟੂਡੈਂਟ ਦੀ ਜਦੋਂ ਅਸੀਂ ਐਪਲੀਕੈਂਟ ਨੂੰ ਵੇਖਦੇ ਹਾਂ, ਸੋ ਐਜ਼ ਏ ਕੰਸਲਟੈਂਟ ਸਾਡੀ ਇਹ ਜੌਬ ਆ ਕਿ ਇਸ ਚੀਜ਼ ਨੂੰ ਬੈਸਟ ਪੋਸੀਬਲ ਵੇ 'ਚ ਪ੍ਰੈਜ਼ੈਂਟ ਕਿਸ ਤਰੀਕੇ ਨਾਲ ਕਰੀਏ ਔਰ ਬੈਸਟ ਪੋਸੀਬਲ ਜਿਹੜੀ ਆਊਟਕਮ ਆ ਕਿਹੜੀ ਕੁਇਕਲੀ ਉਹ ਮਿਲ ਸਕੇ ਸਾਨੂੰ, ਸਾਡੀ ਜਿਹੜੀ ਡਿਜ਼ਾਇਰਡ ਆਊਟਕਮ ਆ। ਬਿਕੋਜ਼ ਜਦੋਂ ਕਲਾਇੰਟ ਅੰਬੈਸੀ ਜਾਣਾ ਚਾਹੁੰਦਾ ਹੈ ਨਾ, ਜਦੋਂ ਕੋਈ ਕੰਸਲਟੈਂਟ ਨੂੰ ਚੂਜ਼ ਕਰਦਾ ਹੈ ਔਰ ਮੈਨੂੰ ਬਾਕੀ ਕੀ ਕੰਮ ਕਰਦੇ ਨੇ ਆਈ ਡੋਂਟ ਅੰਡਰਸਟੈਂਡ। ਸੋ ਮੈਨੂੰ ਬਹੁਤ ਸਿੰਪਲ ਫਲਸਫਾ ਹੈ ਕਿ ਮੈਂ ਕਲਾਇੰਟ ਨੂੰ ਪੁੱਛਦਾ ਨਾ ਵੀ ਤੁਹਾਡਾ ਵੀਜ਼ੇ ਤੋਂ ਬਿਨਾਂ ਸਰਦਾ ਹੈ, ਨਹੀਂ ਸਰਦਾ, ਤੇ ਉਲਟਾ ਮੈਂ ਨਾਲ ਬੋਲਦਾ ਹੁੰਦਾ ਕਿ ਸਰਦਾ ਮੇਰਾ ਵੀ ਨਹੀਂ ਹੈ। ਓਕੇ, ਸੋ ਵੀ ਆਲਸੋ ਵਾਂਟ ਟੂ ਵਿਨ ਦਾ ਕੇਸ। ਯੈਸ, ਸੋ ਨਾ ਵੀਜ਼ੇ ਤੋਂ ਬਿਨਾਂ ਤੁਹਾਡਾ ਸਰਦਾ, ਨਾ ਵੀਜ਼ੇ ਤੋਂ ਬਿਨਾਂ ਮੇਰਾ ਸਰਦਾ ਹੈ। ਸੋ ਐਕਚੁਅਲੀ ਜਿਹੜੀ ਕੰਸਲਟੈਂਟ ਦਾ ਕੰਮ ਉਹ ਇਹ ਹੈ ਕਿ ਅਸੀਂ ਕੰਸਲਟੇਸ਼ਨ ਦੇ ਸਕੀਏ, ਅਸੀਂ ਰਾਹ ਦਿਖਾ ਸਕੀਏ, ਕਿਉਂਕਿ ਆਮ ਬੰਦਾ ਹਰ ਕੋਈ ਆਪੋ ਆਪਣੇ ਕੰਮ 'ਚ ਮਾਹਰ ਹੈ। ਤੁਸੀਂ ਮੀਡੀਆ ਜਰਨਲਿਜ਼ਮ ਤੁਸੀਂ ਹੈਂਡਲ ਕਰਦੇ ਹੋ ਬਿਕੋਜ਼ ਤੁਸੀਂ ਇਹਦੀ ਤਹਿ ਤੱਕ ਜਾਂਦੇ ਹੋ, ਤੁਹਾਨੂੰ ਦਾ ਹਰ ਇੱਕ ਕਾਇਦਾ ਕਾਨੂੰਨ ਸਮਝ ਹੈ। ਸੋ ਤੁਸੀਂ ਇਹਦੀ ਬਰੀਕੀਆਂ ਬਾਰੇ ਗੱਲਬਾਤ ਕਰ ਸਕਦੇ ਹੋ, ਸੋ ਤੁਸੀਂ ਇਹਦੇ ਬਾਰੇ 3 ਦਿਨ ਖੜ ਕੇ ਬੋਲ ਸਕਦੇ ਹੋ। ਸੇਮ ਐਜ਼ ਹਰ ਬੰਦਾ ਸਾਡੇ ਵਾਲੇ ਫੀਲਡ 'ਚ ਮਾਸਟਰ ਨਹੀਂ ਹੁੰਦਾ। ਅਸੀਂ ਸਿਰਫ ਜਿੰਨਾ ਭੁਗਤਿਆ ਆ, ਜਿੰਨਾ ਕਿਸੇ ਰਿਸ਼ਤੇਦਾਰ ਨੂੰ, ਜਿੰਨਾ ਕਿਸੇ ਫਰੈਂਡ ਸਰਕਲ 'ਚ, ਜਿੰਨਾ ਕਿਸੇ ਨੂੰ ਜਾਣਿਆ ਪਛਾਣਿਆ, ਸਾਡੀ ਸਾਈਕੋਲੋਜੀ ਉਸ ਤਰੀਕੇ ਦੀ ਬਿਲਡਅਪ ਹੋਗੀ ਕਿ ਯੈਸ ਇਹ ਇਸ ਤਰੀਕੇ ਨਾਲ ਕੰਮ ਚੱਲੇਗਾ। ਔਰ ਬਹੁਤ ਸਾਰੇ ਲੋਕ ਇਸੇ ਕਰਕੇ ਖੁਦ ਡਿਸੀਜ਼ਨ ਲੈ ਲੈਂਦੇ ਨੇ ਕਿ ਯਾਰ ਮੈਨੂੰ ਨਹੀਂ ਆਹ ਕਰਨਾ ਹੈ। ਸੋ ਉਹ ਜਿਹੜੀ ਪ੍ਰੋਫੈਸ਼ਨਲ ਗਾਈਡੈਂਸ ਉਹ ਬਹੁਤ ਅਹਿਮ, ਬਹੁਤ ਮਾਇਨੇ ਰੱਖਦੀ ਹੈ। ਬਿਕੋਜ਼ ਜਦੋਂ ਅੰਬੈਸੀ ਜਾਓ ਕਾਲੀ 'ਚ ਨਾ ਜਾਓ, ਇਸ ਤਰੀਕੇ ਨਾਲ ਜਾਓ ਕਿ ਯੈਸ ਇਹ ਮੇਰੀ ਬੈਸਟ ਪਰਫਾਰਮੈਂਸ ਆ। ਇਟਸ ਜਸਟ ਲਾਈਕ ਗੋਇੰਗ ਟੂ ਅ ਥੀਏਟਰ, ਜਿੱਦਾਂ ਤੁਸੀਂ ਥੀਏਟਰ ਕਰਦੇ ਜਿਹੜੇ ਆਰਟਿਸਟ ਕਰਦੇ ਨੇ ਕਿ ਉੱਥੇ ਆਪਣਾ ਬੈਸਟ ਦਿੰਦੇ ਨੇ। ਸੋ ਇਸੇ ਤਰੀਕੇ ਨਾਲ ਤੁਸੀਂ ਅਪਲਾਈ ਕਰਦੇ ਹੋ ਉਸ ਟਾਈਮ ਦੇ ਉੱਪਰ ਤੁਸੀਂ ਆਪਣਾ ਬੈਸਟ ਦੇਣਾ ਕਿ ਯੈਸ ਇਸ ਤੋਂ ਬਿਹਤਰ ਮੇਰੇ ਕੋਲੋਂ ਅੰਬੈਸੀ ਨਹੀਂ ਜਾਇਆ ਜਾ ਸਕਦਾ। ਵਨਸ ਯੂ ਹੈਵ ਦੈਟ ਸਿਚੁਏਸ਼ਨ, ਤੁਸੀਂ ਕਹਿੰਦੇ ਹੋ ਕਿ ਇਸ ਤੋਂ ਬਿਹਤਰ ਨਹੀਂ ਹੋ ਸਕਦਾ, ਉਸ ਤੋਂ ਬਾਅਦ ਐਪਲੀਕੇਸ਼ਨ ਦੀ ਫਾਈਲਿੰਗ ਹੁੰਦੀ ਹੈ। ਔਰ ਸਾਡੇ ਕੋਲ ਇੱਕ ਬਹੁਤ ਸਿੰਪਲ ਜਿਹਾ ਤਰੀਕਾ ਹੈ, ਅਸੀਂ ਕਦੀ ਐਂਬੂਲੈਂਸ ਨਹੀਂ ਚਲਾਉਂਦੇ ਕਿ ਅਪਲਾਈ ਅੱਜ ਕਲਾਇੰਟ ਆਇਆ ਉਹਨੇ ਇਮੀਡੀਏਟਲੀ ਕੱਲ੍ਹ ਅੰਬੈਸੀ ਜਾਣਾ, ਪਰਸੋਂ ਉਹਦਾ ਪ੍ਰੋਸੈਸ ਹੋਣਾ, ਇੱਦਾਂ ਨਹੀਂ। ਅਗਰ ਐਪਲੀਕੈਂਟ ਇਨ ਐਲੀਜੀਬਲ ਆ ਅੱਜ, ਉਹਨੂੰ ਅਗਰ 2 ਮਹੀਨੇ ਲੱਗਦੇ ਆ ਤਿਆਰ ਹੋਣ ਨੂੰ, ਵੀ ਵੇਟ ਫॉर 2 ਮੰਥਸ। ਸੋ ਅਗਰ ਹੁਣ 6 ਮਹੀਨੇ ਵੀ ਲੱਗਦੇ ਆ ਕਿ ਕੁਝ ਪ੍ਰੋਸੈਸਿਸ ਨੇ ਜਿਹਦੇ 'ਚ ਕੋਈ ਡਾਕੂਮੈਂਟੇਸ਼ਨ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੈਚੁਰਲੀ ਤਿਆਰ ਹੋ ਸਕਣ, ਜੀ ਯੈਸ ਵੀ ਵੇਟ ਫॉर ਦਾ ਟਾਈਮ। ਸੋ ਬਹੁਤ ਸਾਰੇ ਸਾਡੇ ਲੋਕਾਂ ਦੀਆਂ ਬੈਂਕਿੰਗ ਹੈਬਿਟਸ ਨਹੀਂ ਹੈਗੀਆਂ। ਸੋ ਬੈਂਕਿੰਗ ਹੈਬਿਟਸ ਨੂੰ ਗਰੋ ਕਰਨ ਲਈ ਸਾਨੂੰ ਕਈ ਵਾਰੀ ਚਲਾਉਣਾ ਪੈਂਦਾ, ਵੀ ਨੀਡ ਟੂ ਵੇਟ ਫॉर ਦਾ ਟਾਈਮ, ਕਿ ਜਦੋਂ ਤੱਕ ਸਾਡੀਆਂ ਫਾਈਨੈਂਸ਼ੀਅਲ ਟਾਈਜ਼, ਸਾਡੀਆਂ ਸੋਸ਼ਲ ਟਾਈਜ਼, ਸਾਡੀਆਂ ਇਕਨੋਮਿਕ ਟਾਈਜ਼ ਜਦੋਂ ਤੱਕ ਬਹੁਤ ਬਿਊਟੀਫੁਲੀ ਇੱਥੇ ਦਿਸਣ, ਉਦੋਂ ਤੱਕ ਅਸੀਂ ਅਪਲਾਈ ਨਹੀਂ ਕਰਦੇ। ਅੱਛਾ, ਸੋ ਵਨਸ ਵੀ ਸੇ ਕਿ ਯੈਸ ਦਿਸ ਇਜ਼ ਦਾ ਮੈਕਸਿਮਮ ਦੈਟ ਆਈ ਹੈਵ,
ਉਸ ਤੋਂ ਬਾਅਦ ਸਾਡੀ Go for it. ਯੈਸ ਓਕੇ ਇੱਕ ਥੋੜਾ ਜਿਹਾ ਆਪਾਂ ਐਗਜ਼ਾਮਪਲ ਲੈਂਦੇ ਆ ਆਪਣੇ ਆਡੀਅנס ਨੂੰ, ਆਪਣੇ ਜੋ ਵਿਊਅਰਸ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਜੀ ਕਿ ਕਿਸ ਤਰ੍ਹਾਂ ਦੇ ਕੇਸਿਸ ਨੇ ਜਿਹੜੇ ਅਮਰੀਕਾ ਜਾਣ, ਕਿਸ ਤਰ੍ਹਾਂ ਦੇ ਕੇਸਿਸ ਨੇ ਜਿਹੜੇ ਕੈਨੇਡਾ ਜਾਣ ਜਾਂ ਯੂਕੇ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਇਹ ਕਿੱਦਾਂ ਡਿਫਰੈਂਸ਼ੀਏਟ ਕਰਦੇ ਹੋ ਕਿ ਇਹ ਇਹਦਾ ਪ੍ਰੋਫਾਈਲ ਇਹ ਉੱਥੇ ਸੈੱਟ ਹੋਏਗਾ, ਇਹ ਉੱਥੇ ਸੈੱਟ ਹੋਏਗਾ, ਤੁਹਾਨੂੰ ਆਪਣੀ ਕਿੱਦਾਂ ਪ੍ਰੈਪਰੇਸ਼ਨ ਕਰਨੀ ਪੈਂਦੀ, ਕਿਵੇਂ ਤਿਆਰੀ ਕਰਨੀ ਪੈਂਦੀ? ਸਿੰਪਲ ਹੈ ਔਰ ਮੈਂ ਸਮਝਾ ਸਕਦਾ ਇਸ ਚੀਜ਼ ਨੂੰ ਔਰ ਕਾਫੀ ਲੋਕਾਂ ਨੂੰ ਸਮਝ ਵੀ ਲੱਗੇਗਾ। ਜਿਹੜੇ ਯੂਐਸ ਦਾ ਜਿਹੜੀ ਐਪਲੀਕੇਸ਼ਨ ਦਾ ਪ੍ਰੋਸੈਸ ਆ, ਇਮੀਗ੍ਰੈਂਟ ਕੇਸਿਸ ਨੂੰ ਅਸੀਂ ਲੰਬੇ ਕਰ ਦਈਏ, ਨਾਨ ਇਮੀਗ੍ਰੈਂਟ ਕੇਸਿਸ। ਨਾਨ ਇਮੀਗ੍ਰੈਂਟ ਕੇਸਿਸ ਵਿੱਚ ਤੁਸੀਂ ਵੀਜ਼ਾ ਆਫਿਸਰ ਦੇ ਸਾਹਮਣੇ ਜਾਂਦੇ ਹੋ, 2-4 ਮਿੰਟ ਗੱਲਬਾਤ ਕਰਦੇ ਹੋ, ਤੁਹਾਡੀ ਡਾਕੂਮੈਂਟੇਸ਼ਨ ਉੱਪਰ ਬਹੁਤ ਜ਼ਿਆਦਾ ਵਜਨ ਧਿਆਨ ਨਹੀਂ ਹੈਗਾ। ਸੋ ਐਵਰੀ ਡਾਕੂਮੈਂਟ ਦੈਟ ਯੂ ਪੋਸੈਸ ਤੁਹਾਨੂੰ ਉਹ ਇੱਥੋਂ ਕਮਿਊਨੀਕੇਟ ਕਰਨਾ ਪੈਂਦਾ ਆ। ਸੋ ਅਗਰ ਤੁਸੀਂ ਕਮਿਊਨੀਕੇਸ਼ਨ ਉੱਪਰ ਚੰਗੇ ਹੋ, ਯੂ ਆਰ ਅ ਗੁੱਡ ਕੈਂਡੀਡੇਟ ਫॉर ਯੂਐਸ। ਸੋ ਅਗਰ ਤੁਹਾਡਾ ਕੱਲਾ ਅਕੈਡਮਿਕਲੀ ਤੁਹਾਡੇ ਕੋਲ ਸਕੋਰਿੰਗ ਚੰਗੀ ਆ, ਤੁਹਾਡਾ ਆਇਲਸ ਦਾ ਸਕੋਰ ਚੰਗਾ ਆ, ਸੋ ਤੁਹਾਡੀ ਫਾਈਲ ਚੰਗੀ, ਤੁਹਾਡੀ ਭੈਣ ਉੱਥੇ ਰਹਿੰਦੀ, ਸੋ ਤੁਹਾਡੇ ਕੋਲ ਫਾਈਨੈਂਸ਼ੀਅਲ ਅੰਡਰਟੇਕਿੰਗਸ ਜ਼ਿਆਦਾ ਸੋਲਿਡ ਨੇ, ਤੁਹਾਡੀਆਂ ITR ਚੰਗੀਆਂ ਨੇ, ਫਿਰ ਤੁਸੀਂ ਕੈਨੇਡਾ ਨੂੰ ਫਾਈਲ ਕਰਦੇ ਹੋ ਔਰ ਤੁਸੀਂ ਹੈਜ਼ਿਟੇਟ ਕਰਦੇ ਹੋ ਕਿ ਮੈਂ ਨਹੀਂ ਬੋਲਾਂ, ਮੇਰੀ ਇੰਟਰਵਿਊ ਨਹੀਂ ਆਵੇ, ਮੈਂ ਕਿਸੇ ਨਾਲ ਗੱਲਬਾਤ ਨਾ ਕਰਨੀ ਪਵੇ। ਸੋ ਕੈਨੇਡਾ ਮੈਥਮੈਟੀਕਲ ਪ੍ਰੋਸੈਸ ਆ। ਕੈਨੇਡਾ ਦੇ ਵਿੱਚ ਤੁਸੀਂ ਮੈਥਮੈਟਿਕਸ ਵਾਂਗੂ ਕਿ ਆਹ 4 ਚੀਜ਼ਾਂ ਲਾਈਆਂ ਵੀਜ਼ਾ ਆ ਜਾਏਗਾ। ਯੂਐਸ ਵਿੱਚ 4 ਚੀਜ਼ਾਂ ਸਾਈਡ ਤੇ ਰੱਖ ਦਿੱਤੀਆਂ ਜਾਂਦੀਆਂ, ਪ੍ਰੂਵ ਇਟ। ਓਕੇ। ਸੋ ਦੋਨਾਂ ਦਾ ਬਿਲਕੁਲ ਹੀ ਜਿਹੜਾ ਐਪਲੀਕੇਸ਼ਨ ਦਾ ਸਟਾਈਲ ਟੋਟਲੀ ਡਿਫਰੈਂਟ ਆ। ਸੋ ਜਿਹੜੀਆਂ ਐਪਲੀਕੇਸ਼ਨ ਸਪੋਜ਼ ਕਰੋ ਕਿਸੇ ਦੇ 44 ਨੰਬਰ ਨੇ ਇੱਕ ਸਬਜੈਕਟ ਦੇ ਵਿੱਚੋਂ, ਉਹਨੂੰ ਅਸੀਂ ਕੈਨੇਡਾ ਪਾਵਾਂਗੇ, ਕੈਨੇਡਾ ਦੇ ਵਿੱਚ ਉਹ ਉੜ ਜਾਣਾ ਹੈ। ਬਿਕੋਜ਼ ਕੈਨੇਡਾ 'ਚ 50% ਤੋਂ ਥੱਲੇ ਅਗਰ ਕੋਈ ਚੀਜ਼ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਸੋ ਐਲਗੋਰਿਦਮਸ ਇਸ ਤਰੀਕੇ ਨਾਲ ਤਿਆਰ ਹੋਏ ਪਏ ਨੇ ਕਿ ਕੰਪਿਊਟਰ ਨੇ ਫਾਈਲ ਨੂੰ ਚੱਕਣਾ ਹੀ ਨਹੀਂ ਆ। ਅੱਛਾ ਜੀ। ਉਹ ਵੀਜ਼ਾ ਆਫਿਸਰ ਤੱਕ ਹੀ ਨਹੀਂ ਜਾਂਦੀ। ਸੋ ਇਸ ਕਰਕੇ ਉਹ ਬਾਈਪਾਸ ਹੋ ਕੇ ਰਿਫਿਊਜ਼ਲ ਵੱਲ ਚਲ ਜਾਂਦੀ ਹੈ। ਸੋ ਇਸੇ ਤਰੀਕੇ ਨਾਲ 5.5 ਦੇ ਉੱਪਰ ਜਿਹੜੀ ਐਪਲੀਕੇਸ਼ਨਸ ਆਈਆਂ ਨੇ, 6 ਈਚ ਨਹੀਂ ਹੈਗੇ, ਉਹ ਇਦਾਂ ਹੀ ਇਸੇ ਤਰੀਕੇ ਨਾਲ ਬਾਹਰ ਆ ਜਾਂਦੀ ਹੈ। ਓਕੇ। ਸੋ ਯੂਐਸ ਵਿੱਚ ਤੁਹਾਡੇ ਮਾਰਕਸ ਕਾਊਂਟ ਨਹੀਂ ਕੀਤੇ ਜਾਂਦੇ, ਤੁਹਾਨੂੰ ਅਨਕੰਡੀਸ਼ਨਲੀ ਯੂਨੀਵਰਸਿਟੀ ਨੇ ਅਸੈਪਟ ਕਰ ਲਿਆ, ਡਨ ਹੈ। I-20 ਇਸ਼ੂ ਹੋ ਗਈ, ਡਨ ਹੈ, ਰਾਈਟ। ਉਸ ਤੋਂ ਬਾਅਦ ਤੁਸੀਂ ਆਪਣਾ ਕਰੀਅਰ ਪ੍ਰੋਗਰੈਸ਼ਨ, ਆਪਣਾ ਕੋਰਸ, ਆਪਣਾ ਪ੍ਰੋਗਰਾਮ, ਆਪਣੀ ਯੂਨੀਵਰਸਿਟੀ ਬਾਰੇ ਤੁਸੀਂ ਗੱਲਬਾਤ ਕਰਕੇ ਸਮਝਾ ਸਕਦੇ ਹੋ, ਜੌਬ ਡਨ ਹੈ। ਮੰਨ ਲਓ ਤੁਹਾਡਾ ਰਿਜ਼ਲਟ ਨਹੀਂ ਆਇਆ ਔਰ ਯੂ ਆਰ ਅਪਲਾਈਂਗ ਫॉर ਅਮਰੀਕਾ, ਹਜੇ ਰਿਜ਼ਲਟ ਨਹੀਂ ਆਇਆ, ਸੋ ਇੱਦਾਂ ਦਾ ਵੀ ਤੁਹਾਨੂੰ ਕੋਈ ਸਿਸਟਮ ਦੇ ਸਕਦੇ ਨੇ ਕਿ ਤੁਸੀਂ ਅਸੈਸਮੈਂਟ ਲੈ ਸਕਦੇ ਹੋ ਆਪਣੀ ਯੂਨੀਵਰਸਿਟੀ ਤੋਂ, ਆਪਣੇ ਸਕੂਲ ਤੋਂ, ਕਿ ਤੁਸੀਂ ਅਪਰੋਕਸੀਮੇਟਲੀ ਕਿਸ ਗ੍ਰੇਡ ਵਿੱਚ ਆ ਸਕਦੇ ਹੋ ਅਕੋਰਡਿੰਗ ਟੂ ਯੂਰ ਪ੍ਰੀਵੀਅਸ ਪਰਫਾਰਮੈਂਸ। ਯੈਸ, ਜੋ ਤੁਸੀਂ ਬੋਲਿਆ ਇਹ ਵੈਸੇ ਇਹ ਕੱਲ ਪਰਸੋਂ ਦੀ ਨਵੀਂ ਖਬਰ ਹੈ ਇਹ। ਹਾਂ। ਸੋ ਅਸਲ ਦੇ ਵਿੱਚ ਕੀ ਆ ਕਿ ਅਸੀਂ ਕੈਨੇਡਾ ਨੇ ਇੱਕ ਨਵਾਂ ਸਿਸਟਮ ਅਡਾਪਟ ਕੀਤਾ ਹੈ। ਕੈਨੇਡਾ ਨੇ, ਇਸ ਤੋਂ ਇਲਾਵਾ ਕਿਸੇ ਮੁਲਕ ਨੇ ਨਹੀਂ। ਓਕੇ, ਨਾਟ ਅਮਰੀਕਾ, ਕਿਸੇ ਨੇ ਵੀ ਨਹੀਂ। ਕੈਨੇਡਾ ਨੇ ਸਿਰਫ ਜਿਹੜੀ ਇਹ ਸੈਪਟੰਬਰ ਇਨਟੇਕ ਹੈ, ਸੈਪਟੰਬਰ ਇਨਟੇਕ ਦੇ ਸਟੂਡੈਂਟਸ ਨੂੰ ਖਾਸ ਤੌਰ ਤੇ ਕਹਿ ਦਿੱਤਾ ਕਿ ਅਗਰ ਤੁਹਾਡੇ ਕੋਲ ਹਾਲੇ ਤੱਕ ਰਿਜ਼ਲਟ ਨਹੀਂ ਆਇਆ, ਵੀ ਡੋਂਟ ਵਾਂਟ ਟੂ ਮਿਸ ਸੈਪਟੰਬਰ ਇਨਟੇਕ ਐਂਡ ਯੂ ਸ਼ੁਡ ਆਲਸੋ ਨਾਟ ਮਿਸ ਸੈਪਟੰਬਰ ਇਨਟੇਕ, ਬਿਕਾਜ਼ ਸੈਪਟੰਬਰ ਬਿਗੇਸਟ ਇਨਟੇਕ ਆ ਕੈਨੇਡਾ ਦੇ ਕਾਲਜਸ ਦੀ। ਓਕੇ। ਇਹ ਖਾਲੀ ਰਹਿ ਗਿਆ ਤੇ ਜਿਹੜਾ ਘਾਟਾ ਪੂਰਾ ਨਹੀਂ ਹੋਏਗਾ। ਅੱਛਾ। ਔਰ ਅਗਰ ਇਹ ਡਬਲ ਰਸ਼ ਜਨਵਰੀ 'ਚ ਰਹਿ ਗਿਆ, ਜਨਵਰੀ 'ਚ ਸੀਟਾਂ ਥੋੜੀਆਂ ਹੁੰਦੀਆਂ, ਜਨਵਰੀ ਇੱਕਦਮ ਚਰਮਰਾ ਜਾਏਗਾ, ਸੀਟਸ ਨਹੀਂ ਮਿਲਣਗੀਆਂ। ਸੋ ਇਹਨੂੰ ਕੋਪ ਅਪ ਕਰਨ ਲਈ ਕੈਨੇਡਾ ਨੇ ਇੱਕ ਬਹੁਤ ਬਿਊਟੀਫੁਲ ਪਲਾਨ ਕੀਤਾ ਆ ਕਿ ਤੁਹਾਡੇ ਕੋਲ ਟ੍ਰਾਂਸਕ੍ਰਿਪਟਸ ਨਹੀਂ ਹੈਗੀਆਂ, ਤੁਹਾਡੇ ਰਿਜ਼ਲਟ ਨਹੀਂ ਆਏ, ਤੁਹਾਡੇ ਕੋਲ ਹਾਲੇ ਸਕੋਰ ਨਹੀਂ ਹੈਗੇ, ਤੁਸੀਂ ਹਾਲੇ ਪੇਪਰ ਦੇ ਰਹੇ ਹੋ, ਪਰ ਤੁਹਾਨੂੰ ਉਮੀਦ ਹੈ ਕਿ ਤੁਸੀਂ ਚੰਗੇ ਨੰਬਰਾਂ 'ਚ ਪਾਸ ਹੋ ਜਾਓਗੇ, ਤੁਹਾਡਾ ਸਕੂਲ ਲਿਖ ਕੇ ਦੇ ਦੇਵੇ ਕਿ ਇਹ ਤੁਹਾਡਾ ਪ੍ਰੋਜੈਕਟਡ ਸਕੋਰ ਹੈ। ਪ੍ਰੋਜੈਕਟਡ ਸਕੋਰ ਦੇ ਉੱਪਰ ਪਹਿਲਾਂ ਵੀ ਐਪਲੀਕੇਸ਼ਨ ਅਸੈਪਟ ਕਰਦੇ ਹੁੰਦੇ ਸੀ ਕਿ ਕਿਸੇ ਜ਼ਮਾਨੇ ਵਿੱਚ, ਬਟ ਉਹ ਕੰਡੀਸ਼ਨਲ ਲੈਟਰਸ ਦੇ ਦਿੰਦੇ ਹੁੰਦੇ ਸੀ ਕਿ ਦਿਸ ਇਜ਼ ਸਬਜੈਕਟ ਟੂ ਅਵੇਲੇਬਿਲਿਟੀ ਆਫ ਯਰ ਫਾਈਨਲ ਜਿਹੜੀਆਂ ਮਾਰਕ ਸ਼ੀਟਸ ਆ, ਉਹ ਅੰਬੈਸੀ ਦਾ ਕੇਸ ਨਹੀਂ ਜਾਂਦੇ ਸੀ। ਬਟ ਇੱਥੇ ਅੰਬੈਸੀ ਨੇ ਉਲਟਾ ਕਿਹਾ ਆ ਕਿ ਤੁਸੀਂ ਇਨਕੰਪਲੀਟ ਟ੍ਰਾਂਸਕ੍ਰਿਪਟਸ ਦੇ ਉੱਪਰ ਤੁਸੀਂ ਅੰਬੈਸੀ ਆਪਣਾ ਕੇਸ ਦਾਖਲ ਕਰਾ ਸਕਦੇ ਹੋ ਫॉर ਵੀਜ਼ਾ ਪ੍ਰੋਸੈਸਿੰਗ। ਓਕੇ। ਸੋ ਤੁਹਾਡਾ ਸਕੂਲ, ਤੁਹਾਡਾ ਪ੍ਰਿੰਸੀਪਲ ਲੈਟਰ ਹੈਡ ਦੇ ਉੱਪਰ ਲਿਖ ਕੇ ਦੇ ਦੇਵੇ ਕਿ ਸਟੂਡੈਂਟ ਦਾ ਆਹ ਸਕੋਰ ਹੈ, 10ਵੀਂ ਦਾ ਸਕੋਰ, ਤੁਹਾਡੇ ਕੋਲ ਸਰਟੀਫਿਕੇਟ ਹੈਗਾ, ਉਹਦੇ ਬੇਸ ਦੇ ਨਾਲ ਤੁਹਾਡਾ +2 ਦਾ ਸਕੋਰ ਹੈ, ਔਰ ਤੁਸੀਂ ਆਪਣਾ ਜਿਹੜਾ ਐਪਲੀਕੇਸ਼ਨ ਹੈ ਕੈਨੇਡਾ ਦੇ ਕਾਲਜਸ, ਸਰਕਾਰੀ ਕਾਲਜ ਵਿੱਚ ਲਾ ਸਕਦੇ ਹੋ। ਔਰ ਨਾਲ ਦੀ ਨਾਲ ਕਾਲਜਸ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਸਟੂਡੈਂਟਸ ਨੂੰ ਕੰਡੀਸ਼ਨਲੀ ਨਹੀਂ, ਅਨਕੰਡੀਸ਼ਨਲੀ ਅਸੈਪਟ ਕਰਨਾ ਹੈ। ਓਕੇ। ਯੂ ਡੋਨਟ ਨੀਡ ਟੂ ਰਾਈਟ ਕਿ ਇਹਦੇ ਕੋਲ ਆ ਚੀਜ਼ ਮਿਸਿੰਗ ਆ, ਇਹ ਮਿਸਿੰਗ ਨਹੀਂ ਹੈ, ਇਹਨੂੰ ਟ੍ਰੀਟਡ ਕੰਪਲੀਟ। ਓਕੇ। ਔਰ ਇਹ ਸਿਰਫ ਸੈਪਟੰਬਰ ਇਨਟੇਕ ਲਈ ਹੀ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਕਿ ਜਿਹੜੇ ਸਟੂਡੈਂਟਸ ਆ ਉਹ ਇਸ ਟਰਮ ਨੂੰ ਮਿਸ ਨਾ ਕਰਨ, ਬਿਕਾਜ਼ ਇਹ ਸਟੂਡੈਂਟਸ ਲਈ, ਕੈਨੇਡਾ ਲਈ ਬਹੁਤ ਕਰੂਸ਼ੀਅਲ ਸੀਗਾ ਕਿ ਸੈਪਟੰਬਰ ਇਨਟੇਕ ਦੇ ਸਟੂਡੈਂਟਸ ਦੀ ਮਿਸ ਹੋਣੀ ਲਾਜ਼ਮੀ ਹੈ।
ਬਿਕੋਜ਼ ਜਦ ਤੱਕ ਇਹਨਾਂ ਰਿਜ਼ਲਟ ਆਣੇ, ਜਦ ਤੱਕ ਉਹ ਕੇਸ ਤੇ ਅਪਲਾਈ ਕਰਨ ਦੀਆਂ ਲਾਸਟ ਡੇਟਸ ਆ ਜਾਂਦੀਆਂ ਨੇ, ਤਦ ਤੱਕ ਨਾ ਇਹਨਾਂ ਨੂੰ ਸੀਟਸ ਮਿਲਣੀਆਂ, ਨਾ ਬੱਚੇ ਅਪਲਾਈ ਕਰ ਸਕਦੇ ਆ। ਸੋ ਕੈਨੇਡਾ ਨੇ ਬਹੁਤ ਵਧੀਆ ਸਟੈਪ ਕੀਤਾ ਹੈ, ਬਟ ਅਲਟੀਮੇਟਲੀ ਡਰ ਇਸ ਚੀਜ਼ ਦਾ ਕਿ ਜਿਸ ਤਰੀਕੇ ਨਾਲ AIP ਨਾਲ ਜੋ ਹੋਇਆ, ਜੋ ਕਿਊਬਿਕ ਦੇ ਸਟੂਡੈਂਟਸ ਨਾਲ ਹੋਇਆ, ਜੀ ਜੀ ਜੀ, ਕਿਤੇ ਫਰਦਰ ਫਿਊਚਰ ਦੇ ਵਿੱਚ ਅਗੇਨ ਉਸ ਤਰੀਕੇ ਨਾਲ ਸਿਸਟਮ ਬੱਚਿਆਂ ਨੂੰ ਖਰਾਬ ਨਾ ਕਰੇ। ਹਾਲਾਂਕਿ ਕੈਨੇਡਾ 'ਚ ਕੁਆਲਿਟੀ ਕੰਪਰੋਮਾਈਜ਼ ਕਦੀ ਨਹੀਂ ਹੋਇਆ, ਕੈਨੇਡਾ ਨੇ ਚੀਜ਼ਾਂ ਨੂੰ ਮੈਥਮੈਟਿਕਲੀ ਹਮੇਸ਼ਾ ਲਿਆ ਆ। ਸੋ ਅਗਰ ਚੰਗੀ ਐਪਲੀਕੇਸ਼ਨ ਆ, ਚੰਗੇ ਕ੍ਰੈਡਿਟਸ ਆ, ਚੰਗੇ ਸਕੋਰ ਆ, ਚੰਗਾ ਆਇਲ ਸਕੋਰ ਆ, ਤਾਂ ਵੀਜ਼ਾ ਆਟੋਮੇਸ਼ਨ ਦੇ ਉੱਪਰ ਆ ਜਾਂਦਾ ਆ। ਹਾਂ, ਹੁਣ ਕੈਨੇਡਾ ਮੈਚੁਰ ਸਟੂਡੈਂਟਸ ਨੂੰ ਅਸੈਪਟ ਕਰਨ ਲੱਗ ਪਿਆ। ਕੈਨੇਡਾ ਇੱਕ ਸਮਾਂ ਸੀ ਕਿ ਮੈਚੁਰ ਸਟੂਡੈਂਟਸ ਨੂੰ ਅਸੀਂ ਹਮੇਸ਼ਾ ਕਹਿੰਦੇ ਸੀ ਕਿ ਇੱਕ ਹੋਰ ਫਾਰਮੂਲਾ ਸੀ ਕਿ ਜਿਹੜਾ ਮੈਚੁਰ ਸਟੂਡੈਂਟ ਆ ਉਹਨੂੰ ਅਸੀਂ ਕੈਨੇਡਾ ਨਹੀਂ ਪਾਉਂਦੇ ਸੀ, ਹਮੇਸ਼ਾ US ਪਾਉਂਦੇ ਸੀ। ਅੱਛਾ, ਬਟ ਦਿਸ ਇਜ਼ ਦਾ ਟਾਈਮ ਕੈਨੇਡਾ ਹੁਣ ਮੈਚੁਰ ਸਟੂਡੈਂਟਸ ਨੂੰ ਵੀ ਐਪਲੀਕੇਸ਼ਨਸ ਲੈ ਰਿਹਾ ਆ ਔਰ ਰਾਦਰ ਵੀਜ਼ੇ ਦੇ ਰਿਹਾ ਉਹਨਾਂ ਨੂੰ। ਬਟ ਉਹ ਕੇਸਿਸ ਬਹੁਤ ਕ੍ਰਿਟੀਕਲੀ ਪੈਂਦੇ ਆ ਬਿਕੋਜ਼ ਉਹਨਾਂ ਦੇ ਵਿੱਚ ਸਾਨੂੰ ਕਰੀਅਰ ਪ੍ਰੋਗਰੈਸ਼ਨਸ ਪ੍ਰੂਵ ਕਰਨੀਆਂ ਪੈਂਦੀਆਂ। ਓਕੇ, ਜਦਕਿ ਜਿਹੜੀ ਪਹਿਲਾਂ ਫਾਈਲਿੰਗ ਦਾ ਤਰੀਕਾ ਸੀ ਉਹਦੇ ਤੁਹਾਨੂੰ ਕੋਈ ਪ੍ਰੂਵ ਨਹੀਂ ਕਰਨਾ ਪੈਂਦਾ ਸੀ। ਤੁਸੀਂ ਜਸਟ ਆਪਣੀ 10ਵੀਂ 12ਵੀਂ ਕੀਤੀ ਹੈ, ਤੁਸੀਂ ਲਾਈਕ ਡਿਪਲੋਮਾ ਲਈ ਜਾ ਰਹੇ ਹੋ, ਤੁਹਾਡੇ ਕੋਲ ਨੋ ਕੁਐਸਚਨ ਆਸਕ, ਸੋ ਤੁਹਾਡੇ ਕੋਲ LOA ਹੈਗੀ ਆ, ਫੀਸ ਪੇ ਕੀਤੀ ਹੈ, GIC ਹੈਗਾ ਆ, ਆਈਲੈਟਸ ਸਕੋਰ ਹੈਗਾ, ਜੌਬ ਇਜ਼ ਡਨ, ਵੀਜ਼ਾ ਗ੍ਰਾਂਟਡ। ਹੁਣ ਉਹ ਥੋੜਾ ਬਹੁਤ ਚੇਂਜ ਹੈ ਬਿਕੋਜ਼ ਹੁਣ ਤੁਹਾਨੂੰ ਅਨਕੰਡੀਸ਼ਨਲ ਲੈਟਰਸ ਨੂੰ ਜਿਹੜੀਆਂ ਇਸ ਟਾਈਮ ਅਸੈਪਟ ਕਰਕੇ ਔਰ ਤੁਹਾਡੇ ਆਪਣੇ ਜਿਹੜੇ ਐਕਸਪੈਕਟਡ ਸਕੋਰਸ ਦੇ ਉੱਪਰ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ। ਔਰ ਹੁਣ ਬੱਚਿਆਂ ਦੇ ਰਿਜ਼ਲਟ ਕਿਸ ਤਰੀਕੇ ਨਾਲ ਆਣਗੇ, ਮਨ ਮੁਤਾਬਿਕ ਆਣਗੇ ਕਿ ਨਹੀਂ ਆਣਗੇ, ਉਹ ਪ੍ਰੈਡਿਕਸ਼ਨਸ ਜਿਹੜੇ ਰਿਜ਼ਲਟਸ ਨੇ ਉਹਨਾਂ ਨੂੰ ਫੇਵਰੇਬਲ ਹੋਣਗੇ ਕਿ ਨਹੀਂ ਹੋਣਗੇ। ਬਟ ਅਲਟੀਮੇਟਲੀ ਇਹ ਗੱਲ ਪੱਕੀ ਹੈ ਕਿ ਜਿਹੜੇ ਵੀਜ਼ਾਸ ਨੇ, ਡਿਸੀਜਨਸ ਨੇ, ਉਹ ਸਟੂਡੈਂਟਸ ਦੇ ਐਕਚੁਅਲ ਮਾਰਕਸ਼ੀਟ ਸਬਮਿਟ ਕੀਤੇ ਤੋਂ ਬਾਅਦ ਆਉਣਗੇ। ਅੰਬੈਸੀ ਜਾ ਸਕਦੇ ਆ, ਪ੍ਰੋਸੈਸ 2-3 ਮਹੀਨੇ ਫਾਸਟ ਹੋ ਸਕਦਾ ਹੈ, ਸੈਪਟੰਬਰ ਇਨਟੇਕ ਪੋਸੀਬਲ ਕੀਤੀ ਜਾ ਸਕਦੀ ਹੈ, ਬਟ ਵੀਜ਼ਾਸ ਉਹ ਚੰਗੇ ਮਾਰਕਸ ਨਾਲ ਹੀ ਆਉਣਗੇ। ਮਤਲਬ ਵਿਨ ਸਿਚੁਏਸ਼ਨ ਹੈ, ਫਿਰ ਵੀ ਉਹਦੇ ਵਿੱਚ ਥੋੜੇ ਬਹੁਤ ਹਰਡਲਸ ਨੇ ਜੋ ਟਾਈਮ ਦੇ ਨਾਲ ਹਮੇਸ਼ਾ ਕਲੀਅਰ ਹੋ ਜਾਂਦੇ ਨੇ। ਸੋ ਐਨੀ ਅਦਰ ਐਡਵਾਈਸ ਜੋ 1 or 2 ਸੈਂਟੈਂਸਸ ਜੇ ਤੁਸੀਂ ਸਾਡੇ ਆਡੀਅנס ਨੂੰ ਦੇਣਾ ਚਾਹੋ? ਤੁਸੀਂ ਵਰਡ ਯੂਜ਼ ਕੀਤਾ ਕਿ ਵਿਨ ਸਿਚੁਏਸ਼ਨ। ਯੈਸ, ਇਟ ਇਜ਼ ਵਿਨ ਸਿਚੁਏਸ਼ਨ ਫॉर ਸਟੂਡੈਂਟਸ ਬਿਕੋਜ਼ ਸਟੂਡੈਂਟਸ ਕੋਲ ਇਸ ਤੋਂ ਵਧੀਆ ਮੌਕਾ ਨਹੀਂ ਆ ਸਕਦਾ ਕੈਨੇਡਾ ਨੂੰ ਅਪਲਾਈ ਕਰਨ ਦਾ। ਬਿਕੋਜ਼ ਇਸ ਸਮੇਂ ਦੇ ਵਿੱਚ ਅਗਰ ਤੁਸੀਂ ਕੈਨੇਡਾ ਮਿਸ ਕਰਦੇ ਹੋ ਤਾਂ ਤੁਸੀਂ ਜਨਵਰੀ ਸੀਟ ਮਿਲਣੀ ਕਾਫੀ ਮੁਸ਼ਕਲ ਹੁੰਦੀ ਹੈ। ਇਹ ਅਗੇਨ ਅਗਲੇ ਸਾਲ ਜਾ ਕੇ ਮਈ ਜਾਂ ਸੈਪਟੰਬਰ 'ਚ ਸੀਟਸ ਮਿਲਦੀਆਂ ਨੇ ਬਿਕੋਜ਼ 100% ਪ੍ਰੋਗਰਾਮ ਸੈਪਟੰਬਰ ਦੇ ਵਿੱਚ ਹੀ ਓਪਨ ਹੁੰਦੇ ਆ। ਸੋ ਮਈ ਐਂਡ ਜਨਵਰੀ ਇਹ ਛੋਟੀਆਂ ਇਨਟੇਕਸ ਹੁੰਦੀਆਂ ਨੇ, 100% ਸਟੂਡੈਂਟਸ ਨੂੰ ਅਬਜ਼ੌਰਬ ਨਹੀਂ ਕਰਦੀਆਂ, 100% ਸਟੂਡੈਂਟਸ ਅਬਜ਼ੌਰਬ ਵੀ ਨਹੀਂ ਹੁੰਦੇ ਔਰ 100% ਪ੍ਰੋਗਰਾਮ ਵੀ ਅਵੇਲੇਬਲ ਨਹੀਂ ਹੁੰਦੇ। ਸੋ ਬਿਗੇਸਟ ਇਨਟੇਕ ਹੈ ਸੈਪਟੰਬਰ 'ਚ ਮੇਕ ਫੁੱਲ ਯੂਜ਼ ਆਫ ਇਟ। ਚਾਹੇ ਤੁਹਾਡਾ ਸਕੋਰ ਆਇਆ ਨਹੀਂ ਆਇਆ, ਤੁਸੀਂ ਮਾਰਕਸ ਆਪਣੇ ਪੇਪਰ ਦੇ ਰਹੇ ਹੋ, ਹਾਲੇ ਅਸੀਂ ਮਈ ਦੇ ਵਿੱਚ ਹਾਲੇ ਗੱਲਬਾਤ ਕਰ ਰਹੇ ਹਾਂ। ਸੋ ਤੁਸੀਂ ਐਗਜ਼ਾਮਸ ਲਈ ਅਪੀਅਰ ਹੋਏ ਹੋ, ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਤੋਂ ਇੱਕ ਸੈਂਪਲ ਲੈਣਾ ਆ ਕਿ ਜਿਹਦੇ 'ਚ ਤੁਹਾਡਾ ਪ੍ਰੋਜੈਕਟਡ ਸਕੋਰ ਲਿਖਿਆ ਹੋਵੇ। ਨਹੀਂ ਪਤਾ ਲੱਗਦਾ, ਸਾਡੇ ਮਤਲਬ 9268 ਨੰਬਰ ਹੈ, ਇਹਦੇ ਉੱਪਰ ਤੁਸੀਂ WhatsApp ਕਰ ਦਿਓ, ਵੀ ਕੈਨ ਗਿਵ ਯੂ ਸੈਂਪਲ ਆਲਸੋ, ਕਿ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਸੈਂਪਲ ਦਿਖਾ ਸਕਦੇ ਹੋ ਕਿ ਇਦਾਂ ਦਾ ਕੋਈ ਨਾ ਕੋਈ ਸਾਨੂੰ ਸਕੋਰ ਕਾਰਡ ਚਾਹੀਦਾ ਹੈ। ਉਹ ਤੁਹਾਡਾ ਪੂਰਾ ਸਾਲ ਇੱਕ ਬਚਾਏਗਾ ਬਿਕੋਜ਼ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਸ ਤੋਂ ਬਿਹਤਰ ਸਮਾਂ ਰੀਸੈਂਟ ਪਾਸ ਆਊਟ ਸਟੂਡੈਂਟਸ ਲਈ ਫਿਰ ਨਹੀਂ ਹੁੰਦਾ। ਸੋ ਅਰਵਿੰਦਰ ਜੀ, ਥੈਂਕ ਯੂ ਸੋ ਮਚ। ਹਮੇਸ਼ਾ ਵਾਕਨ ਤੁਸੀਂ ਇੱਕ ਵੰਡਰਫੁਲ ਟਾਕ ਦਿੱਤੀ ਹੈ ਔਰ ਸਾਡੇ ਜੋ ਆਡੀਅנס ਨੇ ਉਹਦੇ ਵਾਸਤੇ ਵੀ ਇੱਕ ਵਿਨ ਸਿਚੁਏਸ਼ਨ। ਥੈਂਕ ਯੂ ਸੋ ਮਚ ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਐਬਰਾਡ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।